ਅਗਲੀ ਪੌੜੀ ਦੀ ਵਿਚਾਰ ਆਰੰਭ ਕਰੀਏ। ਅੱਜ 30ਵੀਂ ਪੌੜੀ ਦੀ ਵਿਚਾਰ ਕਰਨ ਦਾ ਆਪਾਂ ਉਦਮ ਕਰਨਾ, ਜਿਹਦੇ ਅੰਦਰ ਇੰਨੀ ਗਹਿਰਾਈ ਹੈ ਜਿੱਥੇ ਜਾ ਕੇ ਅੱਜ ਦਾ ਵਿਗਿਆਨ ਵੀ ਫੇਲ ਹੋ ਰਿਹਾ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਗੁਰੂ ਘਰ ਦਾ ਗਿਆਨ ਹੈ, ਇਹਦੇ ਅੱਗੇ ਨਾ ਕੋਈ ਦੁਨੀਆ ਦਾ ਗਿਆਨ ਟਿਕ ਸਕਦਾ ਤੇ ਨਾ ਕੋਈ ਦੁਨੀਆ ਦਾ ਵਿਗਿਆਨ ਟਿਕ ਸਕਦਾ। ਅੱਜ ਬੜਾ ਤੇਜ਼ ਤਰਾਰ ਸਮਾਂ ਹੈ, ਤਰਕ ਹੈ ਲੋਕਾਂ ਕੋਲੇ ਵਿਗਿਆਨ ਦੀ। ਅੱਜ ਦੇ ਸਮੇਂ ਦੇ ਅੰਦਰ ਗਿਆਨ ਉਹ ਲੋਕ ਮੰਨਣਗੇ ਜਿਹੜਾ ਵਿਗਿਆਨ ਦੇ ਕੰਢੇ ਤੇ ਪੂਰਾ ਤੁਲਦਾ ਹੋਵੇ। ਜਿਹੜਾ ਵਿਗਿਆਨ ਦੇ ਕੰਢੇ ਤੇ ਗਿਆਨ ਨਹੀਂ ਤੁਲਦਾ, ਉਹ ਤੋਂ ਲੋਕ ਆਨਾਕਾਨੀ ਕਰਨਗੇ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹਨਾਂ ਦਾ ਜੋ ਉਪਦੇਸ਼ ਹੈ, ਉਹ ਵਿਗਿਆਨ ਦੇ ਕੰਢੇ ਪੂਰਾ ਤੁਲਣਾ ਤਾਂ ਨੇੜੇ ਦੀ ਗੱਲ, ਉੱਥੇ ਆ ਕੇ ਤਾਂ ਵਿਗਿਆਨ ਵੀ ਫੇਲ ਹੋ ਜਾਂਦਾ। ਉਹਨਾਂ ਲਈ ਬਹੁਤ ਵੱਡੇ ਪ੍ਰਸ਼ਨ ਖੜੇ ਹੋ ਜਾਂਦੇ ਆ ਕਿ ਅਸੀਂ ਤਾਂ ਅਰਬਾਂ ਖਰਬਾਂ ਡਾਲਰ ਖਰਚਦੇ ਹਾਂ, ਬੜੀਆਂ ਪੜ੍ਹਾਈਆਂ ਕਰਦੇ ਹਾਂ, ਫਿਰ ਖੋਜਾਂ ਕਰਦੇ ਹਾਂ। ਜਿੱਥੇ ਕਿ ਅਸੀਂ ਪਹੁੰਚਦੇ ਹਾਂ, ਗੁਰੂ ਨਾਨਕ ਸਾਹਿਬ ਮਹਾਰਾਜ ਨੇ 500-550 ਸਾਲ ਪਹਿਲਾਂ ਉਹ ਗਿਆਨ ਸਾਨੂੰ ਗੁਰਬਾਣੀ ਅੰਦਰ ਦਿੱਤਾ ਹੋਇਆ ਹੈ। ਫਿਰ ਉਹਨਾਂ ਕੋਲੇ ਇਸ ਗੱਲ ਦਾ ਕੋਈ ਉੱਤਰ ਨਹੀਂ ਰਹਿ ਜਾਂਦਾ ਵਿਗਿਆਨ ਕੋਲੇ, ਤੇ ਨਾ ਗੁਰਬਾਣੀ ਤੇ ਕੋਈ ਤਰਕ ਕਰ ਸਕਦੇ ਆ ਉਹ। ਅੱਜ ਦੀ ਪੌੜੀ ਦੇ ਅੰਦਰ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਆਪ ਕਿਰਪਾ ਕਰਕੇ ਸਮਝਾਓ ਕਿ ਆਹ ਜਿਹੜਾ ਸੰਸਾਰ ਆਪਾਂ ਦੇਖ ਰਹੇ ਹਾਂ, ਇਹ ਨਿਰਾਕਾਰ ਤੋਂ ਆਕਾਰ ਰੂਪ ਦੇ ਅੰਦਰ ਕਿਵੇਂ ਪੈਦਾ ਹੋਇਆ? ਇਹ ਨਿਰਗੁਣ ਤੋਂ ਸਰਗੁਣ ਦੇ ਅੰਦਰ ਕਿਵੇਂ ਪੈਦਾ ਹੋਇਆ? ਇਹ ਇੱਕ ਤੋਂ ਅਨੇਕ ਰੂਪ ਕਿਵੇਂ ਪੈਦਾ ਹੋਇਆ? ਇਹ ਅਦ੍ਰਿਸ਼ਟ ਤੋਂ ਦ੍ਰਿਸ਼ਟਮਾਨ ਰੂਪ ਦੇ ਅੰਦਰ ਕਿਵੇਂ ਪੈਦਾ ਹੋਇਆ? ਕਹਿਣ ਦਾ ਭਾਵ ਇਹ ਸੰਸਾਰ ਦੀ ਉਤਪਤੀ ਕਿਵੇਂ ਸ਼ੁਰੂ ਹੋਈ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਕਹਿੰਦੇ ਜੀ ਅਸੀਂ ਪਿੱਛੇ ਦੱਸ ਆਏ ਹਾਂ, ਆਪਣੀ ਚੱਲ ਰਹੀ ਆ ਵਿਚਾਰ ਕਿ ਸੰਸਾਰ ਦਾ ਆਰੰਭ ਕੀਤਾ ਫਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ, ਸਵਸਤ ਆਸ ਬਾਣੀ ਬਰਮਾਓ। ਉਹ ਇੱਕ ਸਿੱਧ ਕਹਿੰਦੇ ਜੀ ਉਹਦੇ ਅਸੀਂ ਹਾਜ਼ਰ ਨਹੀਂ ਸੀ, ਕਿਰਪਾ ਕਰਕੇ ਦੁਆਰੇ ਸਮਝਾਓ। ਹੁਣ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਅੱਜ ਦੇ ਇਸ ਪੌੜੀ ਦੇ ਅੰਦਰ ਪੂਰਾ ਗਹਿਰਾਈ ਦੇ ਅੰਦਰ ਆਪਾਂ ਨੂੰ ਸਮਝਾ ਰਹੇ ਆ। ਪਾਤਸ਼ਾਹ ਕਹਿੰਦੇ ਇੱਕ ਸਮਾਂ ਸੀ ਜਦੋਂ ਇੱਥੇ ਕੁਝ ਵੀ ਨਹੀਂ ਸੀ, ਨਾ ਕੋਈ ਧਰਤੀ ਸੀ, ਨਾ ਆਕਾਸ਼ ਸੀ, ਨਾ ਪਤਾਲ ਸੀ, ਨਾ ਚੰਦ ਸੀ, ਨਾ ਸੂਰਜ ਸੀ। ਕਹਿਣ ਤੋਂ ਭਾਵ ਕੁਝ ਵੀ ਨਹੀਂ ਸੀ। ਇੱਥੇ ਇਕੱਲਾ ਸੱਚ ਰੂਪ ਨਿਰਾਕਾਰ ਪਰਮਾਤਮਾ ਸੀ, ਜਿਹਨੂੰ ਆਪਾਂ ਕਹਿੰਦੇ ਆ ਆਦਿ ਸੱਚ। ਜਦੋਂ ਉਸ ਪਰਮਾਤਮਾ ਦਾ ਮਨ ਕੀਤਾ ਕਿ ਇਹ ਸੰਸਾਰ ਦਾ ਖੇਲ ਖੇਲਿਆ ਜਾਵੇ, ਉਹਨਾਂ ਨੇ ਫਿਰ ਵਿਉਂਤ ਬਣਾਈ ਆਪਣੇ ਬੋਲਣ ਦੇ ਨਾਲ ਇਹ ਸੰਸਾਰ ਦਾ ਖੇਡ ਆਰੰਭ ਕਰਿਆ। ਕੀਤਾ ਫਸਾਓ, ਏਕੋ ਕਵਾਓ। ਜਿਹਨੂੰ ਵਿਗਿਆਨ ਵਾਲਿਆਂ ਨੇ ਹੁਣ 10 ਸਾਲ ਹੋ ਗਏ ਨੇ ਖੋਜ ਕੀਤੀ ਆ, ਇੱਥੇ ਕ ਪਹੁੰਚੇ ਆ ਹੁਣ ਇਹ ਕਿ ਕੋਈ ਸਮਾਂ ਸੀ ਇੱਥੇ ਕੁਝ ਵੀ ਨਹੀਂ ਸੀ, ਖਾਲੀ ਖਲਾ ਸੀ, ਆਕਾਸ਼ ਹੀ ਆਕਾਸ਼ ਸੀ। ਜਦੋਂ ਇਹ ਆਕਾਰ ਬਣਨੇ ਸ਼ੁਰੂ ਹੋਏ, ਇੱਥੇ ਬਹੁਤ ਵੱਡਾ ਇੱਕ ਧਮਾਕਾ ਹੋਇਆ, ਜਿਹਨੂੰ ਬਿਗ ਬੈਂਗ ਦਾ ਨਾਂ ਦਿੰਦੇ ਆ ਵਿਗਿਆਨ ਵਾਲੇ। ਤੇ ਉਹ ਧਮਾਕਾ ਹੋਣ ਤੋਂ ਬਾਅਦ ਹੌਲੀ ਹੌਲੀ ਆਕਾਰ ਬਣਨੇ ਸ਼ੁਰੂ ਹੋਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ 500 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ, ਕਿਉਂਕਿ 551ਵਾਂ ਆਪਾਂ ਪ੍ਰਕਾਸ਼ ਪੁਰਬ ਮਨਾਇਆ ਤੁਸੀਂ। ਉਦੋਂ ਇਹ ਸਾਰਾ ਸਾਨੂੰ ਭੇਜ ਦਿੱਤਾ ਕਿ ਉਹ ਸੱਚ ਬੋਲਣ ਦੇ ਨਾਲ
ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ। ਕਿਤੇ ਮਹਾਰਾਜ ਕਹਿੰਦੇ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ। ਡੰਕਾ ਵੱਜਿਆ, ਖੜਕਾ ਹੋਇਆ, ਚੋਟ ਵੱਜੀ ਤੇ ਉਹਦੇ ਨਾਲ ਇਹ ਸਾਰੀ ਸ੍ਰਿਸ਼ਟੀ ਦਾ ਆਰੰਭ ਹੋਇਆ। ਹੁਣ ਅੱਗੇ ਹੋਰ ਵਿਸਥਾਰ ਨਾਲ ਪਾਤਸ਼ਾਹ ਸਮਝਾ ਰਹੇ ਆ। ਕਹਿੰਦੇ ਮਾਲਿਕ ਪਰਮਾਤਮਾ ਨੇ ਆਪਣੀ ਜੁਗਤ ਦੇ ਨਾਲ ਪਹਿਲਾਂ ਮਾਇਆ ਪੈਦਾ ਕੀਤੀ। ਮਾਇਆ ਪੈਦਾ ਕਰਕੇ ਮਾਇਆ ਅਤੇ ਬ੍ਰਹਮ ਦੇ ਸਹਿਯੋਗ ਦੇ ਨਾਲ 3 ਪੁੱਤਰ ਪੈਦਾ ਕੀਤੇ ਗਏ, 3 ਚੇਲੇ ਪੈਦਾ ਕੀਤੇ ਗਏ, 3 ਤੱਤ ਪੈਦਾ ਕੀਤੇ ਗਏ, ਜਿਹਨੂੰ ਪਾਤਸ਼ਾਹ ਸਮਝਾ ਰਹੇ ਹਨ। ਮਾਈ ਮਾਇਆ ਤ੍ਰੈ ਗੁਣ ਪ੍ਰਸਤੂਤ ਜਮਾਇਆ, ਜਿਨ੍ਹਾਂ ਨੂੰ 3 ਗੁਣਾਂ ਦਾ ਨਾਮ ਵੀ ਦਿੱਤਾ ਗਿਆ। ਤੇ ਪਾਤਸ਼ਾਹ ਨੇ ਬੜਾ ਖੋਲ ਕੇ ਹੁਣ ਆਪਾਂ ਨੂੰ ਸਮਝਾਇਆ। ਕਹਿੰਦੇ ਏਕਾ ਮਾਈ ਜੁਗਤ ਵਿਆਈ, 3 ਚੇਲੇ ਪ੍ਰਵਾਨ, 1 ਸੰਸਾਰੀ, 1 ਭੰਡਾਰੀ, 1 ਲਾਏ ਦੀ ਬਾਣ। ਕਿ ਮਾਇਆ ਅਤੇ ਬ੍ਰਹਮ ਦੇ ਸੰਜੋਗ ਦੇ ਨਾਲ ਕੀ ਪੈਦਾ ਕੀਤਾ ਗਿਆ। ਮਹਾਰਾਜ ਕਹਿੰਦੇ ਸਾਚੇ ਤੇ ਪਵਣਾ ਭਿਆ, ਪਵਣੇ ਤੇ ਜਲ ਹੋਏ, ਜਲ ਤੇ ਤਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਿਵੇਂ ਆਪਾਂ ਬੋਲਦੇ ਹਾਂ ਜਦੋਂ ਆਪਣੇ ਅੰਦਰੋਂ 2 ਚੀਜ਼ਾਂ ਬਾਹਰ ਆ ਰਹੀਆਂ, ਇੱਕ ਆਵਾਜ਼ ਤੇ ਦੂਸਰੀ ਪੌਣ। ਇਸੇ ਤਰ੍ਹਾਂ ਸਾਡੇ ਮਾਲਕ ਵਾਹਿਗੁਰੂ ਦੇ ਬੋਲਣ ਨਾਲ 2 ਚੀਜ਼ਾਂ ਪੈਦਾ ਹੋਈਆਂ, ਇੱਕ ਪੌਣ ਤੇ ਦੂਸਰੀ ਆਵਾਜ਼। ਉਹ ਜਿਹੜੀ ਆਵਾਜ਼ ਹੈ ਉਹਨੂੰ ਗੁਰਬਾਣੀ ਦੇ ਅੰਦਰ ਕਹਿੰਦੇ ਨੇ ਸਤਿਨਾਮ, ਅਨਹਦ ਨਾਦ, ਵੱਖ ਵੱਖ ਨਾਂ ਨੇ। ਗੁਰਬਾਣੀ ਜਦੋਂ ਪੜ੍ਹਦੇ ਹਾਂ ਭੇਦ ਆਵੇਗਾ। ਦੂਸਰੀ ਪੈਦਾ ਹੋਈ ਪੌਣ, ਸਾਚੇ ਤੇ ਪਵਣਾ ਭਿਆ, ਪਵਣੇ ਤੇ ਜਲ ਹੋਏ, ਜਲ ਤੇ ਤਰ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਫਿਰ ਪੌਣ ਚੋਂ ਪਾਣੀ ਪੈਦਾ ਕੀਤਾ ਗਿਆ ਤੇ ਅਗਨ ਪੈਦਾ ਕੀਤੀ ਗਈ। ਇਹ 3 ਤੱਤ ਪੈਦਾ ਹੋਏ। 3 ਚੇਲੇ ਪ੍ਰਵਾਨ, ਜਿਨ੍ਹਾਂ ਨੂੰ ਬਰਮਾ, ਵਿਸ਼ਨੂੰ ਤੇ ਸ਼ਿਵ ਜੀ ਦਾ ਨਾਮ ਦਿੱਤਾ ਗਿਆ। ਜਦੋਂ ਹੋਰ ਗਹਿਰਾਈ ਦੇ ਅੰਦਰ ਜਾ ਕੇ ਆਪਾਂ ਇਹ ਬਾਣੀ ਨੂੰ ਪੜ੍ਹਦੇ ਹਾਂ, ਇਹ 3 ਤੱਤ ਨੇ ਜਿਹੜੇ ਇਹ 3 ਮੇਨ ਦੇਵਤੇ ਮੰਨੇ ਗਏ ਆ। ਇਹ ਇਹਨਾਂ ਤੱਤਾਂ ਦੇ ਨਾਂ ਹੀ ਨੇ। ਪੌਣ, ਪਾਣੀ, ਅਗਨੀ, ਤਨਕੀਆ, ਬ੍ਰਹਮਾ, ਵਿਸ਼ਨ, ਮਹੇਸ਼, ਅਕਾਰਾ। ਹੋਰ ਗਹਿਰਾਈ ਦੇ ਅੰਦਰ ਜਾ ਕੇ ਜਦੋਂ ਬਾਣੀ ਪੜ੍ਹਦੇ ਹਾਂ, ਇਹ ਸਾਡੀ ਕਾਇਆ ਦੇ ਅੰਦਰ ਦੱਸੇ ਗਏ ਨੇ। ਇਸ ਕਾਇਆ ਅੰਦਰ ਬ੍ਰਹਮਾ, ਵਿਸ਼ਨ, ਮਹੇਸ਼ਾ, ਜਿਤ ਓਪਤ ਸਭ ਸੰਸਾਰਾ। ਕਿਉਂਕਿ ਇਹ ਸਾਡੀ ਕਾਇਆ 'ਚ ਦੱਸੇ ਗਏ ਆ, ਬ੍ਰਹਮਾ, ਵਿਸ਼ਨ ਤੇ ਮਹੇਸ਼। ਪੌਣ, ਪਾਣੀ, ਅਗਨ, ਜਿਨ੍ਹਾਂ ਨਾਲ ਇਹ ਸਾਡਾ ਸਰੀਰ ਚੱਲ ਰਿਹਾ। ਪੌਣ, ਪਾਣੀ, ਅਗਨੀ, ਤਨਕੀਆ, ਬ੍ਰਹਮਾ, ਵਿਸ਼ਨ, ਮਹੇਸ਼, ਅਕਾਰਾ। ਇਹ 3 ਤੱਤ ਪੈਦਾ ਕੀਤੇ ਗਏ, ਪੌਣ, ਪਾਣੀ, ਅਗਨ। ਫੇਰ ਪਾਤਸ਼ਾਹ ਨੇ ਇਹਨਾਂ 3 ਤੱਤਾਂ ਨੂੰ ਇਕੱਠਿਆਂ ਕਰਤਾ। ਜਦੋਂ ਇਹ 3 ਤੱਤ ਇਕੱਠੇ ਹੁੰਦੇ ਆ ਤਾਂ ਇੱਥੇ ਧੁੰਦ ਪੈ ਜਾਂਦੀ ਹੈ। ਜਿਵੇਂ ਹੁਣ ਆਪਾਂ ਵੇਖਦੇ ਹਾਂ ਸਰਦੀ ਦਾ ਮੌਸਮ ਆ, ਬਾਹਰ ਧੁੰਦ ਪੈ ਜਾਂਦੀ ਹੈ। ਹੋਰ ਨੇੜੇ ਹੋ ਕੇ ਵੇਖਣਾ ਹੋਵੇ, ਸਰਦੀ ਦੇ ਮੌਸਮ ਦੇ ਅੰਦਰ ਜਦੋਂ ਆਪਾਂ ਅੰਦਰੋਂ ਆਪਣੇ ਭਾਫ ਵੀ ਨਿਕਲਦੀ ਹੈ, ਕਿਉਂਕਿ ਪੌਣ, ਪਾਣੀ, ਅਗਨ ਤੱਤ ਇਕੱਠੇ ਹੁੰਦੇ ਨੇ ਤੇ ਜਦੋਂ ਬਾਹਰ ਨਿਕਲਦੇ ਆ ਠੰਡ ਹੁੰਦੇ ਆ, ਉਹ ਜੰਮਦੀ ਆ ਤੇ ਧੁੰਦ ਪੈਦਾ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਧੰਦੂਕਾਰਾ ਇੱਥੇ ਬਣਿਆ, ਜਿਹਨੂੰ ਮਹਾਰਾਜ ਨੇ ਗੁਰੂ ਨਾਨਕ ਦੇ ਘਰ ਨੇ ਬੜਾ ਖੋਲ ਕੇ ਸਾਨੂੰ ਗਿਆਨ ਦਿੱਤਾ। ਕਹਿੰਦੇ ਅਰਬਦ ਨਰਬਦ ਧੁੰਦੂਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨ ਚੰਦ ਨ ਸੂਰਜ, ਸੁਨ ਸਮਾਧ ਲਗਾਏਂਦਾ।
ਅਰਬਦ ਕਹਿੰਦੇ ਨੇ 10 ਕਰੋੜ ਸਾਲ ਨੂੰ। ਨਰਬਦ ਕਹਿੰਦੇ ਨੇ ਜਿੱਥੇ ਇਹ ਗਿਣਤੀ ਵੀ ਅੱਗੇ ਹੋ ਜੇ ਇਦੋਂ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਸਮਝਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਕਹਿੰਦੇ ਅਰਬਦ ਨਰਬਦ 10 ਕਰੋੜ ਸਾਲ ਇਹ ਵੀ ਥੋੜੇ ਆ। ਨਰਬਦ ਜਿੱਥੇ ਇਹ ਵੀ ਗਿਣਤੀ ਛੋਟੀ ਪੈ ਜੇ, ਇੱਥੇ ਇੰਨਾ ਸਮਾਂ ਫਿਰ ਧੁੰਦੂਕਾਰਾ ਬਣਿਆ ਰਿਹਾ। ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਉਦੋਂ ਕੋਈ ਧਰਤੀ ਸੀ, ਨਾ ਕੋਈ ਆਕਾਸ਼ ਸੀ, ਤੇ ਨਾ ਕਿਸੇ ਦਾ ਹੁਕਮ ਚੱਲ ਰਿਹਾ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਚੰਦ ਨਾ ਸੂਰਜ। ਮਹਾਰਾਜ ਜੀ ਕਹਿੰਦੇ ਅਰਬਦ ਨਰਬਦ ਧੁੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਚੰਦ ਨਾ ਸੂਰਜ ਪੌਣ ਨਾ ਪਾਣ, ਚੰਦ ਨਾ ਸੂਰਜ ਸੁਨ ਸਮਾਧ ਲਗਾਏਂਦਾ। ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਨਾ ਦਿਨ ਸੀ, ਨਾ ਰਾਤ ਸੀ, ਨਾ ਚੰਦ ਸੀ, ਨਾ ਸੂਰਜ ਸੀ। ਫਿਰ ਇਸੇ ਧੁੰਦੂਕਾਰੇ ਦੇ ਅੰਦਰ ਮਹਾਰਾਜ ਕਹਿੰਦੇ ਮਾਲਕ ਆਪ ਬੈਠਾ ਰਿਹਾ। ਫਿਰ ਪਤਾ ਨਹੀਂ ਕਿੰਨਾ ਕੁ ਸਮਾਂ ਬੈਠਾ ਰਿਹਾ। ਖਾਣੀ ਨਾ ਬਾਣੀ, ਪੌਣ ਨਾ ਪਾਣੀ, ਤੇ ਨਾ ਮਹਾਰਾਜ ਜੀ ਕਹਿੰਦੇ 4 ਖਾਣੀਆਂ ਸੀ, ਨਾ ਕੋਈ ਬਾਣੀ ਸੀ, ਤੇ ਕੁਝ ਵੀ ਇੱਥੇ ਕਹਿਣ ਤੋਂ ਭਾਵ ਨਹੀਂ ਸੀ। ਓਪਤ ਖਪਤ ਨਾ ਆਵਣ ਜਾਣੀ। ਨਾ ਸੰਸਾਰ ਦੀ ਉਤਪਤੀ ਹੁੰਦੀ ਸੀ, ਨਾ ਪਰਲੋਂ ਆਉਂਦੀ ਸੀ, ਨਾ ਕੋਈ ਆਉਂਦਾ ਸੀ, ਨਾ ਕੋਈ ਜਾਂਦਾ ਸੀ। ਖਾਣੀ ਨਾ ਬਾਣੀ, ਪੌਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ। ਤੇ ਨਾ ਇੱਥੇ ਕੋਈ ਦਰਿਆ ਸੀ, ਨਾ ਕੋਈ ਇੱਥੇ ਨਦੀ ਸੀ। ਨਦੀ ਨਾ ਨੀਰ ਵਹਾਏਂਦਾ। ਖੰਡ ਪਤਾਲ ਸਪਤ ਨਹੀਂ ਸਾਗਰ। ਨਾ ਕੋਈ ਖੰਡ ਸੀ, ਨਾ ਪਤਾਲ ਸੀ, ਨਾ ਸਮੁੰਦਰ ਸੀ। ਨਦੀ ਨਾ ਨੀਰ ਵਹਾਏਂਦਾ, ਇੱਥੇ ਕੁਝ ਵੀ ਨਹੀਂ ਸੀ। ਪਰ ਪਤਾ ਨਹੀਂ ਕਿੰਨੇ ਕੁ ਯੁੱਗ ਕੇਤੜਿਆਂ ਜੁਗ ਧੁੰਦੂਕਾਰੈ, ਤਾੜੀ ਲਾਈ ਅਪਰ ਅਪਾਰੈ। ਕਹਿੰਦੇ ਫਿਰ ਪਤਾ ਨਹੀਂ ਕਿੰਨੇ ਕੁ ਯੁੱਗ ਇੱਥੇ ਧੁੰਦੂਕਾਰਾ ਰਿਹਾ। ਇਹਦੇ ਅੰਦਰ ਮਾਲਕ ਤਾੜੀ ਲਾ ਕੇ ਬੈਠਾ ਰਿਹਾ। ਫਿਰ ਇਸੇ ਧੁੰਦੂਕਾਰੇ ਦੇ ਵਿੱਚੋਂ ਜਿਵੇਂ ਆਪਾਂ ਟੂਰਨਾਮੈਂਟ ਕਰਾਉਣ ਵਾਸਤੇ ਪਹਿਲਾਂ ਖੇਡ ਦਾ ਮੈਦਾਨ ਤਿਆਰ ਕੀਤਾ ਜਾਂਦਾ ਹੈ, ਸਤਿਗੁਰੂ ਪਾਤਸ਼ਾਹ ਨੇ ਇਹ ਸੰਸਾਰ ਦਾ ਖੇਡ ਖੇਡਣ ਵਾਸਤੇ ਇਸੇ ਧੁੰਦੂਕਾਰੇ ਦੇ ਅੰਦਰ ਹੀ ਥੋੜੀ ਜਿਹੀ ਜਗ੍ਹਾ 'ਚ ਨਿਸ਼ਾਨੀ ਲਾ ਕੇ ਧਰਤੀ ਪੈਦਾ ਕੀਤੀ, ਜਿਹਨੂੰ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਕਿ ਇਸੇ ਧੁੰਦੂਕਾਰੇ ਦੇ ਵਿੱਚੋਂ ਹੀ, ਆਪਣੀ ਦੇਹ ਦੇ ਵਿੱਚੋਂ ਹੀ ਥੋੜੀ ਜਿਹੀ ਜਗ੍ਹਾ 'ਚ ਇਹ ਧਰਤੀ ਧਰਮਸ਼ਾਲਾ ਬਣਾਈ ਗਈ। ਧਰਮਸ਼ਾਲਾ ਦਾ ਨਾਮ ਤਾਂ ਦਿੱਤਾ ਗਿਆ ਜਿਵੇਂ ਪਹਿਲੇ ਸਮਿਆਂ ਦੇ ਅੰਦਰ ਪਿੰਡਾਂ ਸ਼ਹਿਰਾਂ 'ਚ ਧਰਮਸ਼ਾਲਾ ਬਣੀਆਂ ਹੁੰਦੀਆਂ। ਜਿਹੜੇ ਰਾਹੀ ਲੋਕ ਹੁੰਦੇ ਪੈਦਲ ਚੱਲਦੇ, ਜਿੱਥੇ ਰਾਤ ਪੈਂਦੀ ਉੱਥੇ ਵਿਸ਼ਰਾਮ ਕਰਦੇ, ਸਮੇਂ ਅਨੁਸਾਰ 1-2 ਦਿਨ ਰਹਿ ਕੇ ਅੱਗੇ ਚਾਲੇ ਪਾ ਲੈਂਦੇ, ਉਹਨੂੰ ਕਹਿੰਦੇ ਸੀ ਧਰਮਸ਼ਾਲਾ। ਇਸੇ ਕਰਕੇ ਧਰਤੀ ਨੂੰ ਧਰਮਸ਼ਾਲ ਦਾ ਨਾਮ ਦਿੱਤਾ ਗਿਆ। ਇੱਥੇ ਪਤਾ ਨਹੀਂ ਕਿੰਨੇ ਕੁ ਜੀਵ ਆ ਚੁੱਕੇ ਨੇ, ਕਿੰਨੇ ਕੁ ਰੋਜ਼ ਆ ਰਹੇ ਨੇ, ਕਿੰਨੇ ਕੁ ਰੋਜ਼ ਜਾ ਰਹੇ ਨੇ। ਇੱਥੇ ਸਦਾ ਵਾਸਤੇ ਕੋਈ ਟਿਕ ਨਹੀਂ ਸਕੇਗਾ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸ੍ਰਿਸ਼ਟੀ ਦੀ ਆਰੰਭਤਾ ਦੱਸੀ, ਤੇ ਫਿਰ ਉਹਨਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਆਹ ਜਿਹੜੇ 3 ਦੇਵਤੇ ਨੇ ਤੇ ਇਹਨਾਂ ਦੀ ਡਿਊਟੀ ਮੰਨੀ ਜਾਂਦੀ ਆ ਨਾ, ਸਨਾਤਨ ਮਤ ਦੇ ਅੰਦਰ ਮੰਨੀ ਜਾਂਦੀ ਆ। ਇਹ 3 ਵੱਡੇ ਦੇਵਤਿਆਂ ਨੂੰ ਪਰਮਾਤਮਾ ਕਰਕੇ ਪੂਜਿਆ ਜਾਂਦਾ। ਕੋਈ ਸ਼ਿਵ ਜੀ ਦੀ ਉਪਾਸਨਾ ਕਰਦਾ, ਤੇ ਕੋਈ ਆਪਣਾ ਬ੍ਰਹਮਾ ਦੀ ਕਰਦਾ, ਸ਼ਿਵ ਜੀ ਦੀ ਕਰਦਾ, ਕੋਈ ਵਿਸ਼ਨੂੰ ਦੀ ਕਰਦਾ, ਬ੍ਰਹਮਾ ਦੀ ਘੱਟ ਕਰਦੇ ਨੇ ਲੋਕ। ਇਹਦਾ ਕਾਰਨ ਆ ਬਹੁਤ ਗਹਿਰਾਈ ਵਾਲਾ। ਤੇ ਆਪਾਂ ਨੂੰ ਇਹ ਦੁਨੀਆ ਦੇ ਅੰਦਰ ਬਹੁਤ ਸਾਰੇ ਜੀਵ
ਇਹਨਾਂ ਦੇਵਤਿਆਂ ਨੂੰ ਪਰਮਾਤਮਾ ਮੰਨਦੇ ਨੇ। ਹੁਣ ਇੱਥੇ ਪਾਤਸ਼ਾਹ ਸਮਝਾ ਰਹੇ ਆ, ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਨ੍ਹਾਂ ਚੋਂ ਮੰਨਿਆ ਜਾਂਦਾ ਇੱਕ ਸੰਸਾਰ ਨੂੰ ਪੈਦਾ ਕਰਦਾ, ਉਹਨੂੰ ਬ੍ਰਹਮਾ ਦਾ ਨਾਮ ਦੇ ਦਿੱਤਾ ਗਿਆ। ਇੱਕ ਭੰਡਾਰ ਦਿੰਦਾ, ਉਹਨੂੰ ਵਿਸ਼ਨੂੰ ਦਾ ਨਾਮ ਦਿੱਤਾ ਗਿਆ। ਤੇ ਸ਼ਿਵ ਜੀ ਨੂੰ ਮੰਨਿਆ ਜਾਂਦਾ ਕਿ ਆਪਣੇ ਇਹ ਜਦੋਂ ਜੀਵ ਦਾ ਸਮਾਂ ਪੂਰਾ ਹੁੰਦਾ, ਉਹਨਾਂ ਦਾ ਖਾਤਮਾ ਕਰਦੇ ਨੇ। ਇਸ ਕਰਕੇ ਇਹਨਾਂ ਤਿੰਨਾਂ ਦੇ ਨਾਲ ਸ੍ਰਿਸ਼ਟੀ ਚੱਲ ਰਹੀ ਹੈ, ਮੰਨਿਆ ਜਾ ਰਿਹਾ ਹੈ। ਤੇ ਦੂਸਰੇ ਪਾਸੇ ਜਦੋਂ ਗੁਰੂ ਨਾਨਕ ਦੇ ਘਰ ਦਾ ਆਪਾਂ ਗਿਆਨ ਲੈਂਦੇ ਹਾਂ, ਜੋ ਸਮੁੱਚੀ ਮਨੁੱਖਤਾ ਵਾਸਤੇ ਆ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ, ਉੱਥੇ ਇਹ ਮਹਾਰਾਜ ਨੇ ਕਹਿਤਾ ਕਿ ਇਹ ਪੌਣ ਪਾਣੀ ਅਗਨ ਦੇ ਨਾਂ ਨੇ, ਤਿੰਨ ਤੱਤ ਨੇ, ਜਿਨ੍ਹਾਂ ਦੇ ਗੁਣ ਵੇਖ ਕੇ ਇਹਨਾਂ ਦੇ ਨਾਂ ਰੱਖ ਦਿੱਤੇ ਗਏ। ਪੌਣ ਪਾਣੀ ਅਗਨੀ ਤਨਕੀਆ, ਬ੍ਰਹਮਾ ਵਿਸ਼ਨ ਮਹੇਸ਼ ਆਕਾਰਾ, ਸਾਡੀ ਕਾਇਆ ਦੇ ਅੰਦਰ ਨੇ। ਇਸ ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ ਜਿਤ ਓਵਤ ਸਭ ਸੰਸਾਰਾ। ਪਰ ਇਹ ਭੇਦ ਤਾਂ ਆਵੇਗਾ ਜੇ ਬਹੁਤ ਗਹਿਰਾਈ ਦੇ ਨਾਲ ਧਰਮ ਦਾ ਜਿਹੜਾ ਗਿਆਨ ਹੈ ਉਹਨੂੰ ਲੈ ਕੇ ਇੱਥੇ ਮਿਹਨਤ ਕੀਤੀ ਜਾਵੇ, ਸਿਮਰਨ ਕੀਤਾ ਜਾਵੇ, ਬੰਦਗੀ ਕੀਤੀ ਜਾਵੇ, ਪ੍ਰੈਕਟੀਕਲ ਕੀਤਾ ਜਾਵੇ। ਨਹੀਂ ਤਾਂ ਇਹਨਾਂ ਗੱਲਾਂ ਦੇ ਵਿਵਾਦ ਖੜੇ ਹੋ ਜਾਂਦੇ ਆ। ਅੱਜ ਆਪਾਂ ਵੇਖਦੇ ਹਾਂ 36 ਕਰੋੜ ਦੇਵਤਾ ਮੰਨਿਆ ਜਾ ਰਿਹਾ, ਤੇ ਇੱਥੇ ਮਹਾਰਾਜ ਨੇ ਹੁਣ ਆਪਾਂ ਨੂੰ ਸਮਝਾਤਾ ਵੀ ਇਹ ਤਿੰਨ ਚੇਲੇ ਭਾਈ ਹੋਏ ਫਿਰ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਸਿੱਧਾਂ ਨੇ ਬੇਨਤੀ ਕੀਤੀ, ਕਹਿੰਦੇ ਜੀ ਇਹ ਫਿਰ ਜਿਹੜੀ ਸ੍ਰਿਸ਼ਟੀ ਚੱਲ ਰਹੀ ਹੈ, ਇਹ ਕੀ ਇਹ ਜਿਹੜੇ ਦੇਵਤੇ ਨੇ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਮੰਨਦੇ ਨੇ, ਇਹ ਆਪਣੇ ਹੁਕਮ ਨਾਲ ਚਲਾ ਰਹੇ ਆ ਕਿ ਇਹਨਾਂ ਦੇ ਉੱਪਰ ਵੀ ਕਿਸੇ ਦਾ ਹੁਕਮ ਚੱਲ ਰਿਹਾ? ਤਾਂ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਨੇ, ਇਹਨਾਂ ਦਾ ਆਪ ਦਾ ਹੁਕਮ ਨਹੀਂ ਚੱਲ ਰਿਹਾ, ਇਹ ਤਾਂ ਉਸ ਪਰਮਾਤਮਾ ਦੇ ਹੁਕਮ 'ਚ ਚੱਲ ਰਹੇ ਆ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਇਹਨਾਂ ਦੇ ਉੱਪਰ ਉਸ ਕਰਤੇ ਪੁਰਖ ਦਾ ਹੁਕਮ ਚੱਲ ਰਿਹਾ, ਇਹਨਾਂ ਦੀ ਕੋਈ ਮਰਜ਼ੀ ਨਹੀਂ ਹੈ। ਇੱਥੇ ਇੱਕ ਹੋਰ ਸਵਾਲ ਖੜਾ ਹੋ ਜਾਂਦਾ, ਕਿਉਂਕਿ ਜਿਉਂ-ਜਿਉਂ ਆਪਾਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਦੇ ਹਾਂ, ਇੱਕ ਤਾਂ ਹੁੰਦਾ ਪੜ੍ਹੀ ਜਾਂਦੇ ਹਾਂ, ਸੁਣਦੇ ਨਹੀਂ ਹੁੰਦੇ, ਸੁਰਤੀ ਸਾਡੀ ਗੈਰ ਹਾਜ਼ਰੀ ਹੁੰਦੀ ਹੈ। ਇੱਕ ਹੁੰਦਾ ਕਿਸੇ ਚੀਜ਼ ਨੂੰ ਬੜਾ ਧਿਆਨ ਨਾਲ ਪੜ੍ਹਨਾ ਤੇ ਫਿਰ ਉਹਦੇ ਤੇ ਮੱਤ ਲੈ ਕੇ ਗੁਰੂ ਦੀ ਖੋਜ ਕਰਨੀ। ਇੱਕ ਪੰਗਤੀ ਗੁਰੂ ਗ੍ਰੰਥ ਸਾਹਿਬ ਦੀ ਅੰਦਰ ਆਪਾਂ ਪੜ੍ਹਦੇ ਹਾਂ, ਜਿਹਦੇ ਤੇ ਬੜੇ ਸਾਰੇ ਸਾਡੇ ਮਨ ਦੇ ਅੰਦਰ ਪ੍ਰਸ਼ਨ ਪੈਦਾ ਹੋ ਜਾਂਦੇ ਆ। ਕੀ ਹੈ? ਮਹਾਰਾਜ ਦੀ ਬਾਣੀ ਆਪਾਂ ਨੂੰ ਸੰਬੋਧਨ ਕਰ ਰਹੀ ਆ ਕਿ ਭਾਈ ਜਿਹੜੀ ਦੇਹੀ ਤੁਹਾਨੂੰ ਮਿਲੀ ਆ, ਇਹਨੂੰ ਦੇਵਤੇ ਲੋਚਦੇ ਨੇ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਬਈ ਇਹ ਤੁਹਾਡੀ ਮਾਨਸ ਦੇਹੀ ਨੂੰ ਮੰਗਦੇ ਆ ਦੇਵਤੇ। ਤੇ ਸਵਾਲ ਖੜਾ ਹੋ ਜਾਂਦਾ ਬਈ ਅੱਜ ਦਾ ਮਨੁੱਖ ਤਾਂ ਦੇਵੀ ਦੇਵਤਿਆਂ ਦੀ ਪੂਜਾ ਕਰਕੇ ਸੁੱਖ ਦੀ ਪ੍ਰਾਪਤੀ ਦੀ ਆਸ ਰੱਖਦਾ, ਤੇ ਫਿਰ ਦੇਵਤਿਆਂ ਨੂੰ ਕਿਹੜੀ ਲੋੜ ਪਈ ਆ ਮਾਨਸ ਦੇਹੀ ਦੀ? ਲੋੜ ਇਸ ਕਰਕੇ ਕਿਉਂਕਿ 84 ਲੱਖ ਜੂਨ ਦੇ ਵਿੱਚੋਂ ਇੱਕੋ ਇੱਕ ਮਾਨਸ ਦਾ ਜਾਮਾ ਹੈ, ਜਿਹਦੇ ਅੰਦਰ ਇਨਸਾਨ ਆਪਣੇ ਮਾਲਕ ਦੇ ਨਾਲ ਗੱਲਾਂ ਵੀ ਕਰ ਸਕਦਾ, ਆਪਦੇ ਮੂਲ ਦੇ ਨਾਲ। ਸੁਨ ਸਮਾਧ ਗੁਫਾ ਤੈ ਆਸਣ, ਕੇਵਲ ਬ੍ਰਹਮ ਪੂਰਨ ਤੈ ਬਾਸਣ। ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗਨਾ ਜਨਮ ਨਾ ਮਰਤ। ਇੱਕ ਮਾਨਸ ਦੇਹੀ ਹੈ 84 ਲੱਖ ਜੂਨ ਚੋਂ, ਜਿਹਦੇ ਅੰਦਰ ਆ ਕੇ ਅਸੀਂ ਮਾਲਕ ਨੂੰ ਵੇਖ ਵੀ ਸਕਦੇ ਹਾਂ, ਪਰਮਾਤਮਾ ਦੇ ਨਾਲ ਗੱਲਾਂ ਵੀ ਕਰ ਸਕਦੇ ਹਾਂ, ਉਹਦੇ ਅੰਦਰ ਅਭੇਦ ਵੀ ਹੋ ਸਕਦੇ ਹਾਂ। ਹੋਰ ਕੋਈ ਦੇਹੀ ਨਹੀਂ ਹੈ। ਇਸੇ ਕਰਕੇ ਜਿਹੜੇ ਜੀਵ
ਜਦੋਂ ਆਪਾਂ ਧਰਮ ਦੇ ਰਸਤੇ ਚੱਲਦੇ ਹਾਂ, ਅਸੀਂ ਮਿਹਨਤ ਕਰਨੀ ਸ਼ੁਰੂ ਕਰਤੀ, ਦੇਵਤਾ ਬਣਦਾ ਕੌਣ? ਮਿਹਨਤ ਕਰਨੀ ਸ਼ੁਰੂ ਕਰਤੀ, ਦੇਵਤਿਆਂ ਵਾਲੇ ਗੁਣ ਪੈਦਾ ਹੋ ਗਏ, ਜਿਹਨੂੰ ਸੁਰ ਨਰ ਦਾ ਨਾਮ ਦਿੱਤਾ ਗਿਆ। ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ ਕਹਿੰਦੇ ਨੇ ਮਨੁੱਖਾਂ ਨੂੰ। ਜਿਨ੍ਹਾਂ 'ਚ ਦੇਵਤਿਆਂ ਵਾਲੇ ਗੁਣ ਨੇ, ਅੱਛੇ ਗੁਣ ਨੇ, ਉਹਨਾਂ ਨੂੰ ਕਹਿੰਦੇ ਨੇ ਸੁਰ ਨਰ। ਤੇ ਮਿਹਨਤ ਕਰਨੀ ਸ਼ੁਰੂ ਕੀਤੀ, ਸਾਡਾ ਸੱਚ ਨਾਲ ਮਿਲਾਪ ਨਹੀਂ ਹੋਇਆ, ਨਾਮ ਪ੍ਰਗਟ ਨਹੀਂ ਹੋਇਆ, ਪਰਮਾਤਮਾ ਦੇ ਵਿੱਚ ਅਭੇਦ ਹੋਣਾ ਨਹੀਂ ਸਿੱਖਿਆ। ਪਰ ਸਾਡਾ ਸਮਾਂ ਹੋ ਗਿਆ ਪੂਰਾ, ਸਾਡੀ ਮੌਤ ਹੋ ਗਈ। ਪਰਮਾਤਮਾ ਨੇ ਸਾਡੇ ਜੀਵਨ ਦਾ ਲੇਖਾ ਜੋਖਾ ਕਰਾਇਆ। ਉਹਨੇ ਦੇਖਿਆ ਕਿ ਇਹ ਬੰਦਿਆਂ ਨੇ ਕੋਸ਼ਿਸ਼ ਕੀਤੀ ਆ, ਨਾ ਇਹ ਖੇਡ ਜਿੱਤੇ ਤੇ ਨਾ ਇਹ ਖੇਡ ਹਾਰੇ। ਜਿਵੇਂ ਦੁਨੀਆਦਾਰੀ ਦੇ ਅੰਦਰ ਦੋ ਟੀਮਾਂ ਗਰਾਊਂਡ ਦੇ ਅੰਦਰ ਖੇਡਦੀਆਂ, ਦਿੱਤੇ ਹੋਏ ਸਮੇਂ 'ਚ ਉਹਨਾਂ ਦੀ ਜਿੱਤ ਹਾਰ ਨਹੀਂ ਹੁੰਦੀ, ਬਰਾਬਰ ਰਹਿੰਦੇ ਆ, ਤਾਂ ਦੁਬਾਰੇ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਖੇਡਣ ਵਾਸਤੇ। ਇਸੇ ਤਰ੍ਹਾਂ ਜਿਹੜੇ ਜੀਵ ਮਿਹਨਤ ਕਰਦੇ ਆ ਪਰ ਉਸ ਮਾਲਕ 'ਚ ਅਭੇਦ ਨਹੀਂ ਹੋਏ, ਉਹਨਾਂ ਨੂੰ ਫਿਰ ਸੁਰਗ ਲੋਕ ਦੇ ਅੰਦਰ ਭੇਜਿਆ ਜਾਂਦਾ। ਇਹ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਕਿਸੇ ਆਮ ਇਨਸਾਨ ਦੇ ਨਹੀਂ। ਜਦੋਂ ਆਪਾਂ ਬਾਣੀ 'ਚ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਜੋ ਪ੍ਰਭ ਮੋਹ ਸੋ ਕਹਾ ਸੋ ਕਹਿ ਹੋ, ਜੋ ਨਿਜ ਪ੍ਰਭ ਮੋਹ ਸੋ ਕਹਾ ਸੋ ਕਹਿ ਹੋ ਜਗ ਮਾਹੇ, ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਧਿਆਇਆ ਪਰ ਉਹ 'ਚ ਅਭੇਦ ਨਹੀਂ ਹੋਏ, ਸਵਰਗ ਦੇ ਅੰਦਰ ਚਲੇ ਜਾਂਦੇ ਆ। ਉੱਥੋਂ ਫਿਰ ਸਿੱਧਾ ਮਾਨਸ ਦਾ ਜਾਮਾ ਫੇਰ ਦੇ ਦਿੱਤਾ ਜਾਂਦਾ ਸਾਨੂੰ। ਇਸੇ ਕਰਕੇ ਨਿਸ਼ਾਨੀ ਹੁੰਦੀ ਆ, ਜਿਹੜੀਆਂ ਰੂਹਾਂ ਸਵਰਗ ਦੇ ਅੰਦਰੋਂ ਆਉਂਦੀਆਂ, ਉਹਨਾਂ ਦੀ ਬਚਪਨ ਤੋਂ ਹੀ ਲੈ ਕੇ ਪਰਮਾਤਮਾ ਵਾਲੇ ਪਾਸੇ ਨੂੰ ਖਿੱਚ ਬਣੀ ਹੁੰਦੀ ਹੈ। ਉਹ ਖੋਜ ਕਰਦੇ ਰਹਿੰਦੇ ਆ, ਦੁਨੀਆ ਦੇ ਅੰਦਰ ਘੁੰਮਦੇ ਆ, ਜਿੱਥੋਂ ਫਿਰ ਉਹਨਾਂ ਨੂੰ ਜਿੰਨੀ ਕੁ ਪਿਛਲੇ ਜਨਮ ਦੀ ਮਿਹਨਤ ਕੀਤੀ ਆ, ਕੋਈ ਅੱਗੇ ਦਾ ਟੀਚਰ ਮਿਲ ਜਾਂਦਾ ਤੇ ਉਹ ਫਟਾਫਟ ਇਸ ਪਰਮਾਤਮਾ ਦੀ ਗੱਲ ਨੂੰ ਸਮਝ ਜਾਂਦੇ ਆ। ਤੇ ਅੱਗੇ ਮਹਾਰਾਜ ਸਮਝਾ ਰਹੇ ਆ, ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿੰਗੇ ਭਗਵੰਤ। ਜਿਹੜਾ ਫਿਰ ਪਰਮਾਤਮਾ ਦਾ ਧਿਆਨ ਧਰਨਾ ਸਿੱਖ ਲੈਂਦਾ ਹੈ, ਜਿਵੇਂ ਆਪਾਂ ਹੁਣ ਵਾਹਿਗੁਰੂ ਗੁਰਮੰਤਰ ਬੋਲ ਕੇ ਕੰਨਾਂ ਨਾਲ ਸੁਣਦੇ ਹਾਂ, ਵਾਹਿਗੁਰੂ ਦਾ ਧਿਆਨ ਧਰਨਾ ਸ਼ੁਰੂ ਕਰਤਾ। ਜੇ ਜਿਉਂਦੇ ਜਿਉਂਦੇ ਅਸੀਂ ਉਸ ਮਾਲਕ ਦੇ ਅੰਦਰ ਅਭੇਦ ਨਹੀਂ ਵੀ ਹੋਏ, ਤਾਂ ਪਾਤਸ਼ਾਹ ਦੇ ਹੁਕਮ ਨੇ, ਜਿਹੜਾ ਮਿਹਨਤ ਕਰੇਗਾ ਅੰਤ ਸਮੇਂ ਉਹਨੂੰ ਮੁਕਤੀ ਮਿਲ ਜਾਏਗੀ। ਜੇ ਜੇ ਤੁਮਰੇ ਧਿਆਨ ਕੋ ਨਿਤ ਉਠ ਧਿਆਏ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵਹਿੰਗੇ ਭਗਵੰਤ। ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਵੀ ਆਪਾਂ ਨੂੰ ਹੌਸਲਾ ਦਿੱਤਾ। ਕਹਿੰਦੇ ਕੋਈ ਗਾਵੇ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੇ ਕਬੀਰ ਸੰਸਾ ਨਹੀਂ, ਅੰਤ ਪਰਮਗਤ ਪਾਏ। ਹੁਣ ਜਿਹੜੇ ਜੀ ਫਿਰ ਸਵਰਗਾਂ 'ਚ ਰਹਿੰਦੇ ਆ, ਜਦੋਂ ਕੋਈ ਇਨਸਾਨ ਇੱਥੋਂ ਜੀਵਨ ਦੀ ਖੇਡ ਜਿੱਤ ਕੇ ਜਾਂਦਾ, ਖੰਡਾਂ ਬ੍ਰਹਿਮੰਡਾਂ 'ਚ ਉਹਦੀ ਸੋਭਾ ਹੁੰਦੀ ਆ, ਜਿਹਨੂੰ ਆਪਾਂ ਸੁਹਲਾ ਸਾਹਿਬ ਦੀ ਬਾਣੀ 'ਚ ਸੌਣ ਲੱਗੇ ਪੜ੍ਹਦੇ ਆ ਕਿ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਵਸੋਭ ਖੰਡ ਬ੍ਰਹਿਮੰਡਾ ਹੈ। ਆ ਸਰੀਰ ਛੱਡਿਆ, ਨਾਮ ਦੇ ਅੰਦਰ ਅਭੇਦ ਹੋ ਗਏ, ਖੰਡਾਂ ਬ੍ਰਹਿਮੰਡਾਂ 'ਚ ਸੋਭਾ ਹੁੰਦੀ ਹੈ। ਉਦੋਂ ਫਿਰ ਦੇਵਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਆ ਮਾਨਸ ਦਾ ਜਾਮਾ ਬਖਸ਼ੋ। ਇਸ ਦੇਹੀ ਕੋ ਸਿਮਰਹਿ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਪਾਤਸ਼ਾਹ ਨੇ ਤਾਂ ਹੋਰ ਗਹਿਰਾਈ 'ਚ ਆਪਾਂ ਨੂੰ ਸਮਝਾਇਆ। ਮਹਾਰਾਜ ਬਾਣੀ 'ਚ ਸਮਝਾਉਂਦੇ ਆਪਾਂ ਨੂੰ, ਕਹਿੰਦੇ ਕਈ ਵਾਰ ਧਰਮ ਰਾਏ ਤੇ ਧਰਮ ਰਾਏ ਦੇ ਦੂਤ ਅਕਾਲ ਪੁਰਖ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਹੁਣ ਕਿਰਪਾ ਕਰੋ, ਅਸੀਂ ਆ ਪਾਪੀ ਲੋਕਾਂ ਨੂੰ ਸਜ਼ਾ ਦੇ ਦੇ ਕੇ ਖੁਦ ਆਪਣੇ ਆਪ ਨੂੰ ਪਾਪੀ ਸਮਝਣ ਲੱਗੇ। ਕੋਈ ਐਸੇ ਗੁਰਮੁਖ ਨੂੰ ਲਿਆਓ,
ਸਾਨੂੰ ਦਰਸ਼ਨ ਕਰਵਾਓ, ਜਿਹਦੇ ਦਰਸ਼ਨ ਕਰਕੇ ਅਸੀਂ ਪਵਿੱਤਰ ਹੋ ਜਾਈਏ। ਜਨ ਕਾ ਦਰਸ਼ ਮੰਗੈ ਦਿਨ ਰਾਤੀ, ਉਹ ਹੈ ਪਨੀਤ ਧਰਮ ਰਾਏ ਜਾਮ। ਕਿਉਂਕਿ ਕੋਈ ਵੀ ਇਨਸਾਨ ਜਿਹੜਾ ਪਰਮਾਤਮਾ ਦੇ ਨਾਲ ਮਿਲਿਆ ਹੋਇਆ, ਉਹਦੇ ਦਰਸ਼ਨ ਕਰਕੇ ਇੱਕ ਵਾਰ ਸਾਡੇ ਪਾਪ ਖੰਡਨ ਹੋ ਜਾਂਦੇ ਆ। ਜੋ ਮਿਲਿਆ ਹਰ ਦੀ ਬਾਣ ਸਿਉ, ਸੋ ਸਭਨੀ ਦੀ ਬਾਣੀ ਮਿਲਿਆ। ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸਕੇ ਮੂੰਹ ਡਿੱਠੇ ਸਭ ਪਾਪੀ ਧਰਿਆ। ਉਹਨਾਂ ਅੰਦਰ ਨਾਮ ਨਿਧਾਨ ਹੈ, ਨਾਮੋਂ ਪਰਵਰਿਆ। ਇਸੇ ਕਰਕੇ ਭਗਤ ਫਰੀਦ ਜੀ ਦੀ ਮਾਂ ਨੇ ਇੱਕ ਵਾਰ ਫਰੀਦ ਨੂੰ ਆਵਾਜ਼ ਦਿੱਤੀ ਸੀ। ਉਹ ਗੁਰੂ ਗ੍ਰੰਥ ਸਾਹਿਬ ਚ ਸ਼ਲੋਕ ਨਹੀਂ ਹੈ, ਫਰੀਦ ਬਾਣੀ ਚ ਬਾਹਰ ਆ। ਕੀ ਬੋਲੀ? ਕਹਿੰਦੀ ਬਈ ਉੱਠ ਫਰੀਦਾ ਸੁੱਤਿਆ। ਉਹ ਕਹਿੰਦਾ ਕਿਉਂ ਕੰਨ ਖਾਈ ਜਾਨੀ ਆ, ਸੌਂ ਲੈਣ ਦੇ। ਜਿਵੇਂ ਬੱਚੇ ਕਹਿੰਦੇ ਆਪੇ ਮਾਂ ਪਿਓ ਨੂੰ ਵੀ ਮਸਾਂ ਤੜਕੇ ਜੇ ਨੀਂਦ ਆਈ ਆ, ਸੌਣ ਵੀ ਨਹੀਂ ਦਿੰਦੀ। ਉਹ ਕਹਿੰਦੀ ਉੱਠ, ਕਹਿੰਦੀ ਮਾਤਾ ਸੌਂ ਲੈਣ ਦੇ, ਕੀ ਖਾ ਕੇ ਕਰਨਾ। ਉਹ ਕਹਿੰਦੀ ਵੇ ਉੱਠ ਫਰੀਦਾ ਸੁੱਤਿਆ, ਉੱਠ ਫਰੀਦਾ ਗਮਨ ਕਰ, ਆ ਦੁਨੀਆ ਦੇਖਣ ਜਾ, ਆ ਦੁਨੀਆ ਚ ਜਾ ਵੇਖ। ਉਹ ਕਹਿੰਦਾ ਰੋਜ਼ ਹੀ ਦੁਨੀਆ ਚ ਘੁੰਮਦੇ ਆ, ਉਹੋ ਜਿਹੇ ਲੋਕ ਆ। ਫੇਰ ਉਹਨੇ ਕਿਹਾ, ਕਹਿੰਦੀ ਜੇ ਕੋਈ ਮਿਲ ਜੇ ਰੱਬ ਦਾ ਬਖਸ਼ਿਆ, ਤੂੰ ਵੀ ਬਖਸ਼ਿਆ ਜਾ। ਤੈਨੂੰ ਕੋਈ ਪਰਮਾਤਮਾ ਦੀ ਬਖਸ਼ੀ ਹੋਈ ਰੂਹ ਮਿਲ ਜੇ, ਤੇਰੇ ਤੇ ਵੀ ਬਖਸ਼ਿਸ਼ ਹੋ ਜੇ। ਇਹੀ ਆਪਾਂ ਅਰਦਾਸ ਕਰਦੇ ਹਾਂ ਗੁਰੂ ਦੇ ਚਰਨਾਂ ਚ ਕਿ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਹੁਣ ਇੱਥੇ ਪਾਤਸ਼ਾਹ ਆਪਣਾ ਭਰਮ ਕੱਢ ਰਹੇ ਆ। ਕਹਿੰਦੇ ਉਹ ਜਿਹੜੇ ਤਿੰਨ ਦੇਵਤਿਆਂ ਨੂੰ ਰੱਬ ਕਰਕੇ ਲੋਕ ਮੰਨ ਰਹੇ ਆ, ਉਹਨਾਂ ਦਾ ਕੋਈ ਆਪਦਾ ਹੁਕਮ ਨਹੀਂ ਚੱਲ ਰਿਹਾ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫੁਰਮਾਨ। ਜਿਵੇਂ ਉਹ ਮਾਲਿਕ ਦਾ ਹੁਕਮ ਹੈ, ਉਸੇ ਤਰ੍ਹਾਂ ਇਹ ਦੇਵਤੇ ਚੱਲ ਰਹੇ ਆ। ਅੱਗੇ ਪਾਤਸ਼ਾਹ ਨੇ ਹੋਰ ਸਮਝਾਤਾ। ਕਹਿੰਦੇ ਇੱਕ ਗੱਲ ਦਾ ਹੋਰ ਖਿਆਲ ਰੱਖ ਕੇ ਚੱਲਿਓ। ਕਿਉਂ ਦੇਵਤੇ ਮਾਨਸ ਜੂਨੀ ਨੂੰ ਮੰਗਦੇ ਆ? ਉਹ ਵੇਖੈ, ਉਹ ਇਹਨਾਂ ਤਿੰਨਾਂ ਦੇਵਤਿਆਂ ਨੂੰ ਵੇਖ ਰਿਹਾ। ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਨੂੰ ਪਰਮਾਤਮਾ ਦੀਂਦਾ ਨਹੀਂ। ਬਹੁਤਾ ਇਹੋ ਵਡਾਣ, ਕਿਉਂਕਿ ਉਹਦੀ ਜਿਹੜੀ ਅਚਰਜ ਲੀਲਾ ਹੈ, ਜੇਵੜ ਆਪ ਤੇਵੜ ਤੇਰੀ ਦਾਤ। ਜਿੱਡਾ ਵੱਡਾ ਪਰਮਾਤਮਾ ਆਪ ਆ ਤੇ ਓਡਾ ਵੱਡਾ ਉਹਦਾ ਖੇਲ ਆ। ਇਸੇ ਕਰਕੇ ਉਹਨੂੰ ਬੇਅੰਤ ਕਹਿਤਾ, ਨਿਰੰਕਾਰ ਕਹਿਤਾ, ਜਿਹਦਾ ਆਕਾਰ ਨਹੀਂ। ਤੇ ਪਾਤਸ਼ਾਹ ਕਹਿੰਦੇ ਉਹ ਤਾਂ ਦੇਖ ਰਿਹਾ, ਹੁਣ ਉਹ ਵੇਖੈ, ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹੋ ਵਡਾਣ। ਇਸ ਕਰਕੇ ਭਾਈ ਤੁਸੀਂ ਖਿਆਲ ਰੱਖ ਕੇ ਚੱਲਿਓ। ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸਿੱਧਾਂ ਨੂੰ, ਜੇ ਤੁਸੀਂ ਧਰਮ ਦੇ ਰਸਤੇ ਚੱਲਣਾ ਹੀ ਆ, ਜੇ ਤੁਹਾਡੇ ਮਨ ਦੀ ਇਹ ਇੱਛਾ ਹੈ, ਤਾਂ ਫਿਰ ਕਿਸੇ ਹੋਰ ਦੀ ਪੂਜਾ ਤੋਂ ਹਟ ਕੇ ਉਸ ਨਿਰੰਕਾਰ ਪਰਮਾਤਮਾ ਦੇ ਨਾਲ ਜੁੜਨਾ ਸਿੱਖੋ। ਅਸੀਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਹਾਰਾਜ ਕਹਿੰਦੇ ਹਰ ਸਮੇਂ ਨਮਸਕਾਰ ਕਰਦੇ ਆ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਦੇਸ। ਜਿਹੜਾ ਆਦ ਤੋਂ ਲੈ ਕੇ ਹੈ, ਜਿਹਦਾ ਕੋਈ ਰੰਗ ਨਹੀਂ ਹੈ, ਜਿਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ, ਜਿਹਦੀ ਕੋਈ ਹੱਦਬੰਦੀ ਨਹੀਂ ਹੈ, ਜੁਗਾਂ ਜੁਗਾਂ ਦੇ ਅੰਦਰ ਇੱਕੋ ਹੀ ਵੇਸ ਹੈ। ਫਿਰ ਸਿੱਧਾਂ ਨੇ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਮਝਾਓ। ਅਸੀਂ ਤਾਂ ਆਸਣ ਲਾਉਂਦੇ ਆ, ਸਾਡਾ ਗੁਰੂ ਵੀ ਆਸਣ ਲਾਉਂਦਾ ਜਿਹਨੂੰ ਗੋਰਖ ਮੰਨਦੇ ਆ, ਤੇ ਅਸੀਂ ਭੰਡਾਰੇ ਭਰ ਕੇ ਰੱਖਦੇ ਆ, ਤੇ ਪਰਮਾਤਮਾ ਦਾ ਆਸਣ ਕਿੱਥੇ ਆ ਤੇ ਉਹਦਾ ਭੰਡਾਰਾ ਕਿਹੜਾ? ਇਹਦੇ ਬਾਰੇ ਸਮਝਾਓ। ਹੁਣ ਮਹਾਰਾਜ ਇੱਥੇ 31ਵੀਂ ਪੌੜੀ ਸਮਝਾ ਰਹੇ ਆ। ਕਹਿੰਦੇ ਆਸਣ ਲੋਏ ਲੋਏ ਭੰਡਾਰ। ਜੇ ਤਾਂ ਤੁਸੀਂ ਬਾਹਰ ਦੇਖਦੇ ਹੋ ਤਾਂ ਕੋਈ ਵੀ ਜਗ੍ਹਾ ਐਸੀ ਨਹੀਂ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ, ਕਿਉਂਕਿ ਸਾਰਾ ਕੁਝ
ਉਸ ਨਿਰੰਕਾਰ ਨੇ ਆਪਣੀ ਦੇਹ ਦੇ ਅੰਦਰ ਹੀ ਇਹ ਧਰਤੀ ਬਣਾਈ ਹੈ। ਧਰਤੀ ਬਣਨ ਨਾਲ ਆਕਾਸ਼ ਬਣ ਗਿਆ, ਪਤਾਲ ਬਣ ਗਿਆ। ਪਹਿਲਾਂ ਆਪ ਹੀ ਸੀ, ਸਾਰਾ ਕੁਝ ਉਹਦੇ ਵਿੱਚ ਹੀ ਹੈ। ਹਰੇਕ ਜੀਵ ਨੂੰ ਸਰੀਰ ਦੇ ਨੇੜਿਓਂ ਹੋ ਕੇ ਸਵਾਸ ਦੇ ਰਿਹਾ। ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਥ ਗਰਾਹਾ ਹੈ। ਜੇ ਤੁਸੀਂ ਹੋਰ ਨੇੜੇ ਹੋ ਕੇ ਆਸਣ ਵੇਖਣਾ ਤਾਂ ਸਾਰੀ ਸ੍ਰਿਸ਼ਟੀ ਦੇ ਅੰਦਰ ਜਿੰਨੇ ਸਰੀਰ ਪੈਦਾ ਕੀਤੇ ਆ, ਸਾਰਿਆਂ ਦੇ ਅੰਦਰ ਉਹਦਾ ਆਸਣ ਹੈ। ਮਹਾਰਾਜ ਸਮਝਾਉਂਦੇ ਬਾਣੀ ਚ, ਕਹਿੰਦੇ ਸਭ ਘਟ ਮੇਰੇ, ਜਿੰਨੇ ਸਰੀਰ ਵੇਖ ਰਹੇ ਹੋ ਮੇਰੇ ਪੈਦਾ ਕੀਤੇ ਆ। ਸਭ ਘਟ ਮੇਰੇ ਹਾਂ ਸਭਨਾ ਅੰਦਰ, ਕਹਿੰਦੇ ਮੈਂ ਸਾਰਿਆਂ ਦੇ ਅੰਦਰ ਬੈਠਾ। ਉਸ ਮਾਲਕ ਦਾ ਆਸਣ ਕਿੱਥੇ ਆ? ਹਰੇਕ ਜੀਵ ਦੇ ਅੰਤਹਿਕਰਨ ਚ, ਹਰੇਕ ਜੀਵ ਦੇ ਸਰੀਰ ਦੇ ਅੰਦਰ ਆਸਣ। ਲੋਏ ਲੋਏ ਭੰਡਾਰ, ਤੁਹਾਡਾ ਜਿਹੜਾ ਭੰਡਾਰ ਆ ਪਾਤਸ਼ਾਹ ਕਹਿੰਦੇ ਉਹ ਮੁੱਕਦਾ ਰਹਿੰਦਾ। ਉਹਦੇ ਚ ਹੋਰ ਪਾਉਣਾ ਪੈਂਦਾ ਲਿਆ ਕੇ ਸਮਾਨ, ਜਿਵੇਂ ਆਪਾਂ ਘਰਾਂ ਚ ਰੱਖਦੇ ਹਾਂ ਰਾਸ਼ਨ, ਜਿਉਂ ਜਿਉਂ ਮੁੱਕੀ ਜਾਂਦਾ ਆਪਾਂ ਹੋਰ ਲੈ ਆਉਂਦੇ ਹਾਂ। ਪਰ ਪਾਤਸ਼ਾਹ ਨੇ ਕਹਿੰਦੇ ਇੱਕ ਵਾਰੀ ਸਾਰੇ ਜੀਵਾਂ ਦਾ ਭੰਡਾਰਾ ਭਰਿਆ ਹੋਇਆ। ਉਹਦਾ ਕਿੱਡੀ ਵੱਡੀ ਸ੍ਰਿਸ਼ਟੀ ਆ। ਆ ਖਾਲੀ ਖਲਾਚ ਪੌਣ ਪਾਣੀ ਜਮ੍ਹਾਂ ਕੀਤੇ ਹੋਏ ਨੇ, ਧਰਤੀ ਦੇ ਥੱਲੇ ਅਗਨ ਜਮ੍ਹਾਂ ਕੀਤੀ ਹੋਈ ਆ। ਭੰਡਾਰ ਹੀ ਏਡਾ ਕੋਈ ਮੁੱਕਣ ਵਾਲਾ ਹੀ ਨਹੀਂ। ਇਸੇ ਤਰ੍ਹਾਂ ਹਰੇਕ ਜੀਵ ਦੇ ਮਸਤਕ ਦੇ ਉੱਪਰ ਉਹਦਾ ਲਿਖਿਆ ਹੋਇਆ, ਜੋ ਕਿਛ ਪਾਇਆ ਸੋ ਏਕਾ ਵਾਰ। ਬਾਰ ਬਾਰ ਲਿਖਣ ਦੀ ਲੋੜ ਨਹੀਂ ਪੈਂਦੀ। ਮਹਾਰਾਜ ਸਮਝਾਉਂਦੇ, ਕਿਰਤ ਪਿਆ ਪਰਵਾਨਾ ਲਿਖਿਆ, ਬਹੁੜ ਲੇਖ ਨਾ ਹੋਈ। ਜੈਸਾ ਲਿਖਿਆ ਤੈਸਾ ਪੜਿਆ, ਨਾਨਕ ਮੇਟ ਨਾ ਸਕੇ ਕੋਈ। ਸਾਡੇ ਪੂਰਬਲੇ ਕਰਮਾਂ ਦੇ ਹਿਸਾਬ ਦੇ ਨਾਲ ਇੱਕ ਵਾਰ ਜੋ ਪਾਤਸ਼ਾਹ ਕਹਿੰਦੇ ਸਾਡੇ ਮਸਤਕ ਤੇ ਲੇਖ ਲਿਖੇ ਗਏ, ਉਹਨੂੰ ਕੋਈ ਮੇਟ ਨਹੀਂ ਸਕਦਾ। ਹਾਂ, ਇੱਕ ਜ਼ਰੂਰ ਰਹਿਤ ਦਿੱਤੀ ਗਈ ਆ ਸਾਨੂੰ, ਜਦੋਂ ਕੋਈ ਇਨਸਾਨ ਪਰਮਾਤਮਾ ਦੀ ਸੇਵਾ ਸਿਮਰਨ ਚ ਜੁੜਦਾ, ਉਹਦੀ ਰਜਾ ਚ ਰਹਿਣ ਲੱਗ ਜਾਂਦਾ, ਤੇ ਉਹ ਪਰਮਾਤਮਾ ਫਿਰ ਉਹਦੇ ਕੀਤੇ ਹੋਏ ਜਿਹੜੇ ਕਰਮਾਂ ਦੇ ਕਰਕੇ ਦੁੱਖ ਆਉਣੇ ਨੇ, ਭੁਗਤਣੇ ਤਾਂ ਪੈਂਦੇ ਆ। ਪਰ ਕਰਦਾ ਕੀ ਆ? ਜਾਂ ਤਾਂ ਸੁਪਨੇ ਚ ਭੁਗਤਾ ਦਿੰਦਾ, ਜਾਂ ਫਿਰ ਬਹੁਤ ਵੱਡੇ ਵੱਡੇ ਦੁੱਖਾਂ ਨੂੰ, ਜਿਵੇਂ ਆਪਾਂ ਸੂਲੀ ਤੋਂ ਸੂਲ ਕਹਿ ਦਿੰਦੇ ਆ, ਛੋਟੇ ਕਰਕੇ ਜੇ ਉਹ ਪਰਮਾਤਮਾ ਚਾਹੇ ਮਾਫ ਵੀ ਕਰ ਸਕਦਾ। ਕਿਉਂਕਿ ਅਨੇਕਾਂ ਉਦਾਹਰਨਾਂ ਨੇ, ਆਪਾਂ ਵੀ ਦੇਖਦੇ ਹਾਂ। ਕਈ ਵਾਰ ਜਦੋਂ ਆਪਾਂ ਧਰਮ ਦੇ ਰਸਤੇ ਚੱਲ ਕੇ ਪਰਮਾਤਮਾ ਦੀ ਸੇਵਾ ਸਿਮਰਨ ਬੰਦਗੀ ਜੁੜਦੇ ਹਾਂ, ਤਾਂ ਕਈ ਵਾਰ ਸਾਨੂੰ ਸੁਪਨਾ ਆਉਂਦਾ ਬੜਾ ਭਿਆਨਕ। ਸੁਪਨੇ ਦੇ ਅੰਦਰ ਸਾਡਾ ਐਕਸੀਡੈਂਟ ਹੋ ਗਿਆ, ਸਾਡੇ ਕੋਈ ਚੋਟ ਵੱਜ ਗਈ, ਜਾਂ ਹੋਰ ਕਈ ਤਰ੍ਹਾਂ ਦੇ ਨੁਕਸਾਨ। ਇਨਸਾਨ ਘਬਰਾ ਜਾਂਦੇ ਆ ਗਿਆਨਤਾ ਦੇ ਹਨੇਰੇ 'ਚ, ਵੀ ਸ਼ਾਇਦ ਇਹ ਸਾਡਾ ਨੁਕਸਾਨ ਹੋਊਗਾ ਆਉਣ ਵਾਲੇ ਸਮੇਂ 'ਚ। ਐਸੀ ਨਹੀਂ ਹੁੰਦੀ ਗੱਲ। ਉਹ ਜਿਹੜਾ ਆਪਾਂ ਥੋੜਾ ਬਹੁਤਾ ਆ ਪਰਮਾਤਮਾ ਦੇ ਨਾਂ ਤੇ ਸਮਾਂ ਕੱਢਦੇ ਆ, ਸਿਮਰਨ ਕਰਦਾ, ਕੋਈ ਬਾਣੀ ਪੜ੍ਹਦਾ, ਜੋ ਵੀ ਕਰਦਾ ਸੱਚੇ ਦਿਲ ਦੇ ਨਾਲ, ਜਦੋਂ ਪਰਮਾਤਮਾ ਦੀ ਖੁਸ਼ੀ ਆਉਂਦੀ, ਉਹ ਬਹੁਤ ਸਾਰੇ ਸਾਡੇ ਕਸ਼ਟ ਨੇ ਜਿਹੜੇ ਉਹ ਸੁਪਨੇ ਆਦਿਕ 'ਚ ਵਾਹਿਗੁਰੂ ਕੱਟ ਦਿੰਦੇ ਨੇ। ਜਦੋਂ ਜੀਵ ਉਹਦੀ ਰਜਾ 'ਚ ਰਹਿਣਾ ਸ਼ੁਰੂ ਕਰਦਾ, ਕਰ ਕਰ ਵੇਖੈ ਸਿਰਜਣਹਾਰ, ਕਹਿੰਦੇ ਉਹ ਜਿਹੜਾ ਮਾਲਕ ਹੈ, ਜਿੰਨੀ ਵੀ ਆ ਸਾਰੀ ਸ੍ਰਿਸ਼ਟੀ ਦੀ ਖੇਡ ਚੱਲ ਰਹੀ ਹੈ, ਇਹਦਾ ਸਿਰਜਣਹਾਰ ਹੈ। ਉਹਦਾ ਤਾਂ ਇੱਕ ਤਮਾਸ਼ਾ ਚੱਲ ਰਿਹਾ, ਇਹ ਖੇਡ। ਪਰ ਅਸੀਂ ਜੀਵਾਂ ਜਿਹੜੇ, ਜਿੰਨਾ ਚਿਰ ਇਹ ਤਮਾਸ਼ੇ ਦੀ ਸਮਝ ਨਹੀਂ ਆਉਂਦੀ, ਉਨਾ ਚਿਰ ਅਸੀਂ ਬਹੁਤ ਤੰਗ ਹੁੰਦੇ ਹਾਂ। ਜਦੋਂ ਇਹ ਖੇਡ ਦੀ ਸਮਝ ਆ ਗਈ, ਫਿਰ ਇਹ ਸੌਖਾ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਇਹ ਖੇਲ ਨੂੰ ਇੱਕ ਰਾਸ ਮੰਡਲ ਦਾ ਨਾਮ ਦਿੱਤਾ ਗਿਆ। ਹੁਣ ਭਾਸ਼ਾ ਬਦਲ ਗਈ, ਆਪਾਂ ਨਾਟਕ ਕਹਿ ਦਿੰਦੇ ਹਾਂ, ਸੀਰੀਅਲ ਕਹਿ ਦਿੰਦੇ ਹਾਂ, ਡਰਾਮਾ ਕਹਿ ਦਿੰਦੇ ਹਾਂ। ਪਹਿਲਾਂ ਪਿੰਡਾਂ 'ਚ ਬਜ਼ੁਰਗ ਦੱਸਦੇ ਹੁੰਦੇ ਵੀ ਰਾਸ ਧਾਰੀਏ ਆਉਂਦੇ, ਉਹ ਪਿੰਡਾਂ 'ਚ ਡਰਾਮੇ ਖੇਡਦੇ। ਇਸੇ ਤਰ੍ਹਾਂ ਜਦੋਂ ਉਹ ਡਰਾਮਾ ਖੇਡਦੇ, ਵਰਦੀ ਪਾ ਲੈਂਦੇ, ਕੋਈ ਪਤੀ ਬਣਦਾ, ਕੋਈ ਪਤਨੀ ਬਣਦੀ, ਕੋਈ ਰਾਜਾ ਬਣਦਾ, ਕੋਈ ਰਾਣੀ ਬਣਦੀ, ਜਿਹੋ ਜਿਹਾ ਉਹਨਾਂ ਦਾ ਹੁੰਦਾ ਖੇਡਣ ਦੇ ਅੰਦਰ ਰੋਲ, ਉਹੋ ਜਿਹੇ ਕੱਪੜੇ ਪਾ ਲੈਂਦੇ। ਜਦੋਂ ਉਹ ਡਰਾਮੇ ਦਾ ਟਾਈਮ ਸਮਾਪਤ ਹੋ ਜਾਂਦਾ, ਵਰਦੀ ਉਤਰ ਜਾਂਦੀ, ਤੇ ਉਹਨਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ, ਜਿੰਨਾ ਚਿਰ
ਸਾਡੇ ਕੋਲੇ ਆ ਕਾਇਆਂ ਦਾ ਕੱਪੜ ਹੈ, ਉਹਨਾਂ ਚਿਰ ਸਾਡੇ ਸੰਸਾਰ 'ਚ ਰਿਸ਼ਤੇ ਨੇ। ਕੋਈ ਮਾਂ ਬਾਪ, ਭੈਣ ਭਰਾ, ਪਤੀ ਪਤਨੀ, ਧੀਆਂ ਪੁੱਤਰ ਜੋ ਵੀ ਹੈ। ਜਦੋਂ ਇਹ ਕਾਇਆਂ ਦਾ ਕੱਪੜ ਉਤਰ ਜਾਂਦਾ, ਸਾਡਾ ਕਿਸੇ ਨਾਲ ਕੋਈ ਰਿਸ਼ਤਾ ਰਹਿੰਦਾ ਹੀ ਨਹੀਂ। ਰਾਸ ਮੰਡਲ ਕੀਨੋ ਅਖਾਰਾ, ਸਗਲੋ ਸਾਜ ਰੱਖਿਓ ਪਸਾਰਾ। ਗੋਬਿੰਦ ਰੂਪ ਰੰਗ ਅਪਾਰਾ, ਦੇਖੇ ਖੁਸ਼ੀ ਭੋਗੇ ਨਹੀਂ ਹਾਰਾ। ਸਭ ਰਸ ਲੈਤ ਵਸਤ ਨਿਰਾਰਾ। ਕਹਿੰਦੇ ਇਹ ਮਾਲਕ ਦਾ ਇੱਕ ਖੇਡ ਚੱਲ ਰਿਹਾ, ਆਵਣ ਜਾਣ ਇੱਕ ਖੇਲ ਬਣਾਇਆ। ਆਗਿਆਕਾਰੀ ਇੰਨੀ ਮਾਇਆ। ਮਹਾਰਾਜ ਕਹਿੰਦੇ ਇਸ ਖੇਡ ਨੂੰ ਕਰ ਕਰ ਵੇਖੈ ਸਿਰਜਣਹਾਰ। ਨਾਨਕ ਸੱਚੇ ਕੀ ਸਾਚੀ ਕਾਰ। ਪਾਤਸ਼ਾਹ ਕਹਿੰਦੇ ਉਹ ਆਪ ਵੀ ਸੱਚ ਹੈ ਤੇ ਉਹਦੀ ਜਿਹੜੀ ਆ ਕਾਰ ਚੱਲ ਰਹੀ ਆ ਉਹ ਵੀ ਸੱਚ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਮਝਾ ਰਹੇ ਹਨ, ਕਹਿੰਦੇ ਸਿੱਧੋ ਅਸੀਂ ਤਾਂ ਉਸ ਆਪਣੇ ਮਾਲਕ ਨੂੰ ਨਮਸਕਾਰ ਕਰਦੇ ਹਾਂ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਦੇਸ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਪਾਂ ਨੂੰ ਗੁਰਬਾਣੀ ਦੇ ਅੰਦਰ ਗਿਆਨ ਦਿੱਤਾ ਤੇ ਆਪਾਂ ਵੀ ਯਤਨ ਕਰਨਾ ਹੁੰਦਾ ਸੰਗਤ ਕਰਕੇ ਗੁਰਬਾਣੀ ਦਾ ਗਿਆਨ ਲੈ ਕੇ ਆਪਣੇ ਇਹ ਜੀਵਨ ਦੀ ਖੇਲ ਨੂੰ ਸਮਝੀਏ ਤੇ ਜਿੱਤਣ ਵਾਲੇ ਪਾਸੇ ਨੂੰ ਤੁਰੀਏ। ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਇਹਦੀ ਸਮਾਪਤੀ ਹੋ ਜਾਣੀ ਹੈ। ਜੇ ਕੋਸ਼ਿਸ਼ ਕਰਾਂਗੇ ਨਾ ਵੀ ਜਿੱਤਾਂਗੇ, ਦੁਬਾਰੇ ਤਰਸ ਕਰਕੇ ਪਰਮਾਤਮਾ ਇੱਕ ਵਾਰ ਮਾਨਸ ਦਾ ਜਾਮਾ ਤਾਂ ਦੇ ਦੂਗਾ, ਨਹੀਂ ਤਾਂ ਫਿਰ ਪਤਾ ਨਹੀਂ ਜਿੱਧਰ ਨੂੰ ਆਖਰੀ ਸਮੇਂ ਧਿਆਨ ਹੋ ਗਿਆ ਉਹੋ ਜਿਹਾ ਕੱਪੜਾ ਪਹਿਨ ਲਾਂਗੇ ਤੇ ਦੁੱਖ ਪਾਉਂਦੇ ਰਵਾਂਗੇ। ਕਰਮੀ ਆਵੇ ਕੱਪੜਾ, ਜੇ ਮਾਲਕ ਦੀ ਨਜ਼ਰ ਦੇ ਪਾਤਰ ਬਣ ਗਏ, ਨਜ਼ਰੀ ਮੋਖ ਦੁਆਰ। ਬਸ ਸਾਰੀ ਗੁਰਬਾਣੀ, ਸਾਰੇ ਧਾਰਮਿਕ ਗ੍ਰੰਥ ਇੱਥੇ ਹੀ ਬਾਰ-ਬਾਰ ਸਾਨੂੰ ਲਿਆ ਰਹੇ ਆ। ਜੇ ਤਾਂ ਸਮਝ ਜਾਣਗੇ ਤਾਂ ਠੀਕ ਆ, ਨਹੀਂ ਫਿਰ ਬਈ ਆਪੋ ਆਪਣੇ ਮਨ ਦੀ ਮੱਤ। ਗੁਰੂ ਕਿਰਪਾ ਕਰਨ, ਆਪਾਂ ਨੂੰ ਸੋਝੀ ਬਖਸ਼ਣ ਤੇ ਭੁੱਲਿਆ ਹੋਇਆਂ ਨੂੰ ਇਹ ਬਾਣੀ ਦਾ ਭੇਦ ਆ ਕੇ ਰਸਤਾ ਮਿਲੇ ਤੇ ਫਿਰ ਆਪਾਂ ਸਿਮਰਨ ਕਰਕੇ ਪਰਮਾਤਮਾ ਦੀ ਯਾਦ 'ਚ ਜੁੜਨਾ ਸਿੱਖੀਏ। ਆਓ ਫਿਰ ਹੁਣ ਆਪਾਂ ਗੁਰਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ।